ਸਕੂਲ ਸਿੱਖਿਆ ਵਿਭਾਗ ਦੇ ਵਿੱਚ ਹੋਏ ਕ੍ਰਾਂਤੀਕਾਰੀ ਬਦਲਾਵਾਂ ਤੇ ਆਧਾਰਿਤ ਪ੍ਰੋਗਰਾਮ ਨਵੀਆਂ ਪੈੜਾਂ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਬਾਠ ਤੇ ਮੇਰੇ ਨਾਲ ਨੇ ਡਾਕਟਰ ਸੁਖਦਰਸ਼ਨ ਚਹਿਲ। ਸਤਿ ਸ਼੍ਰੀ ਅਕਾਲ ਜੀ। ਭਾਰਤ ਸਰਕਾਰ ਦੁਆਰਾ ਕਰਾਈ ਗਈ ਰੈਂਕਿੰਗ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਪੰਜਾਬ ਭਾਰਤ ਭਰ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਡਾਕਟਰ ਸਾਹਿਬ, 1000 ਅੰਕਾਂ ਵਿੱਚੋਂ 929 ਅੰਕ ਲੈਣੇ ਕੋਈ ਸੌਖੀ ਗੱਲ ਨਹੀਂ, ਤੇ ਇਹਦੇ ਪਿੱਛੇ ਤੁਸੀਂ ਕਿਹੜੇ ਕਾਰਨ ਦੇਖਦੇ ਹੋ ਜਿਹੜੇ ਬੜੀ ਮਜ਼ਬੂਤੀ ਨਾਲ ਖੜੇ ਨੇ? ਅਮਰਦੀਪ ਜੀ, ਦੇਖੋ ਇਸ ਵੇਲੇ ਸਾਰਾ ਪੰਜਾਬ ਹੈ ਜਿਹੜਾ ਇਸ ਪ੍ਰਾਪਤੀ ਦਾ, ਖੁਸ਼ੀ ਦਾ ਜਿਹੜਾ ਆਨੰਦ ਹੈ ਉਹ ਮਾਣ ਰਹੇਗਾ ਜੀ। ਤੇ ਇਹਦੇ ਪਿੱਛੇ ਪਿਛਲੇ 4-5 ਸਾਲਾਂ ਦੌਰਾਨ ਸਾਡੇ ਟੀਚਰਾਂ ਦੁਆਰਾ, ਵਿਭਾਗ ਦੇ ਅਧਿਕਾਰੀਆਂ ਦੁਆਰਾ ਘਾਲੀ ਗਈ ਬਹੁਤ ਵੱਡੀ ਘਾਲਣਾ ਹੈਗੀ, ਜਿਹਦੇ ਵਿੱਚ ਸਾਡੇ ਜਿਹੜਾ ਪੰਜਾਬ ਸਰਕਾਰ ਦਾ ਸਕੂਲ ਸਿੱਖਿਆ ਵਿਭਾਗ ਹੈ ਉਸ ਦੀ ਸਮੁੱਚੀ ਟੀਮ, ਜਿਹਦੇ ਵਿੱਚ ਅਧਿਆਪਕ ਤੋਂ ਲੈ ਕੇ ਬੱਚੇ ਮਾਪੇ ਸ਼ਾਮਲ ਨੇ, ਉਹਨਾਂ ਦਾ ਇੱਕ ਫੋਕਸ ਰਿਹਾ ਕਿ ਅਸੀਂ ਬੱਚਿਆਂ ਵਾਸਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਹੈ ਕਿ ਜਿਹਦੇ ਵਿੱਚ ਇਕੱਲਾ ਵਿਦਿਅਕ ਗਿਆਨ ਹੀ ਨਹੀਂ ਦੇਣਾ, ਮਤਲਬ ਕਿ ਅਸੀਂ ਬੱਚੇ ਨੂੰ ਕਿਤਾਬਾਂ ਤੱਕ ਸੀਮਿਤ ਨਹੀਂ ਰੱਖਣਾ। ਉਸ ਕੰਮ ਦੇ ਲਈ ਜਦੋਂ ਤੁਸੀਂ ਬਹੁ ਪਰਤੀ ਗਿਆਨ ਦੇਣਾ ਹੈ ਬੱਚਿਆਂ ਨੂੰ, ਤਾਂ ਸਾਨੂੰ ਉਸ ਦੇ ਵਾਸਤੇ ਇੱਕ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਹ ਬਣਾਉਣਾ ਪੈਂਦਾ ਹੈ, ਜਿਹਦੇ ਵਿੱਚ ਅਸੀਂ ਬੱਚੇ ਦੀ ਜਿਹੜੀ ਮਾਨਸਿਕਤਾ ਨੂੰ ਸਮਝਦੇ ਹਾਂ। ਮਾਨਸਿਕਤਾ ਨੂੰ ਸਮਝਣ ਦਾ ਮਕਸਦ ਇਹ ਹੁੰਦਾ ਹੈ ਕਿ ਬੱਚੇ ਨੂੰ ਕੀ ਪਸੰਦ ਹੈ ਜੀ। ਉਸੇ ਤਹਿਤ ਹੀ ਸਾਡੇ ਸਕੂਲਾਂ ਦੇ ਵਿੱਚ ਯਤਨ ਕੀਤੇ ਗਏ। ਜਿਵੇਂ ਤੁਸੀਂ ਦੇਖਦੇ ਹੋ ਕਿ ਬੱਚਾ ਕਿਹੜੇ ਰੰਗ ਨੂੰ ਜ਼ਿਆਦਾ ਪਸੰਦ ਕਰਦਾ ਹੈ, ਸਾਡੇ ਸਕੂਲਾਂ 'ਚ ਕਮਰਿਆਂ ਨੂੰ ਉਹੋ ਜਿਹੇ ਰੰਗ ਕੀਤੇ ਗਏ, ਬੱਚਿਆਂ ਨੂੰ ਬੈਂਚ ਉਹੋ ਜਿਹੇ ਲਗਾਏ ਗਏ, ਬੱਚਿਆਂ ਨੂੰ ਅਟਰੈਕਟਿਵ ਵਰਦੀਆਂ ਦਿੱਤੀਆਂ ਗਈਆਂ। ਦਰਜਾਬੰਦੀ ਦੀ ਤੁਸੀਂ ਗੱਲ ਕੀਤੀ ਹੈ, ਤੇ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਏ ਹਾਂ, ਜਦੋਂ ਕਿ ਇਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਪਹਿਚਾਣ ਸੀ ਉਹ ਸੀ ਖੁਰਾਕੀ ਵਸਤਾਂ, ਅਨਾਜ ਪੈਦਾ ਕਰਨ ਦੇ ਵਿੱਚ ਅਸੀਂ 1 ਨੰਬਰ 'ਤੇ ਸੀ, ਤੇ ਬਹਾਦਰੀ ਪੱਖੋਂ ਅਸੀਂ, ਕੁਰਬਾਨੀਆਂ ਪੱਖੋਂ ਨੰਬਰ 1 'ਤੇ ਸੀ। ਤਾਂ ਇਹ ਤੀਸਰਾ ਇੱਕ ਅਧਿਆਇ ਅਸੀਂ ਹੋਰ ਜੋੜਤਾ ਕਿ ਅਸੀਂ ਸਿੱਖਿਆ ਦੇ ਪੱਖੋਂ ਵੀ ਕਿਸੇ ਤੋਂ ਘੱਟ ਨਹੀਂ ਹਾਂ। ਜੀ ਸਰ, ਤੇ ਇੱਥੇ ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਇਸੇ ਹੀ ਗ੍ਰੇਡਿੰਗ ਦੇ ਵਿੱਚ ਕਰਨਾਟਕ ਵਰਗੇ ਸੂਬੇ, ਜਿਨ੍ਹਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਮੰਨਿਆ ਜਾਂਦਾ, ਤੇ ਉਹ ਪੰਜਾਬ ਤੋਂ ਥੱਲੇ ਖੜੇ ਨੇ। ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਮਨੋਵਿਗਿਆਨਿਕ ਪੱਖ ਜਿਹੜੇ ਨੇ ਉਹਨਾਂ ਦਾ ਧਿਆਨ ਹਰ ਚੀਜ਼ ਦੇ ਵਿੱਚ ਰੱਖਿਆ ਜਾ ਰਿਹਾ। ਜਦੋਂ ਵੀ ਕੋਈ ਨੀਤੀ ਘੜੀ ਜਾਂਦੀ ਆ, ਉਹਦੇ ਵਿੱਚ ਵੀ ਜਿਹੜੇ ਮਨੋਵਿਗਿਆਨਿਕ ਆਧਾਰ ਨੇ ਉਹਨਾਂ ਉੱਤੇ ਖਾਸ ਜ਼ੋਰ ਦਿੱਤਾ ਜਾਂਦਾ। ਤੇ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਅਸੀਂ ਇੱਕ ਇਸ ਤਰ੍ਹਾਂ ਦੇ ਸਕੂਲ ਤੋਂ ਕਰ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਮਨੋਵਿਗਿਆਨ ਉੱਤੇ ਆਧਾਰਿਤ ਬਣੇ ਹੋਏ ਕਲਾਸਰੂਮ ਤੇ ਕਲਾਸਰੂਮ ਐਕਟੀਵਿਟੀਜ਼ ਨਜ਼ਰ ਆਉਣਗੀਆਂ। ਤਾਂ ਅੱਜ ਦਾ ਜ਼ਿਲ੍ਹਾ ਹੈ ਜ਼ਿਲ੍ਹਾ ਫਰੀਦਕੋਟ, ਤੇ ਆਓ ਦੇਖਦੇ ਹਾਂ ਕੁਝ ਝਲਕੀਆਂ। मैं बाड़े भाईके दे पिंड का रहने वाला हूँ। मेरा स्कूल प्राइमरी स्कूल बड़ा भाईका बहुत चंगा, तो इस स्कूल च मैं पढ़ के गया। इस स्कूल च पढ़ के मैं फौज के 28 साल नौकरी करके आया। बहुत वधिया पढ़ाई आ। हुण 7 पिंडां दे बच्चे, तकरीबन 300 बच्चा साडे स्कूल दे विच पढ़न आउंदा। सरकारी प्राइमरी स्कूल पिंड वाड़ा भाईका इस टाइम पंजाब का नंबर 1 स्कूल बन चुके है। जो इत्थों की क्वालिफिकेशन है जो प्राइवेट स्कूलों तो ऊपर जा रही है। जो स्कूल का स्टाफ है इन्ना कोऑपरेटिव है कि वो बच्चों को जो टीचिंग करते हैं वो इदा करते हैं कि वो साढ़े खुद आपके बच्चे ने। इवन इन्होंने एक सरकार प्राइवेट वैन लगाई हुई है भी आसे पासे जो 7 पिंडों तो बच्चे आते हैं वो वैन के थ्रू इतने लैके आते हैं। फैसिलिटीज़ ਆਪਾਂ ਇੱਕ ਚੰਗੇ ਪ੍ਰਾਈਵੇਟ ਸਕੂਲ ਦੇ ਵਿੱਚ ਦੇਖਦੇ ਆ, ਉਹ ਸਾਰੀਆਂ ਫੈਸਿਲਿਟੀਜ਼ ਉਨੀ ਕੁਆਲਿਟੀ ਦੀ ਐਜੂਕੇਸ਼ਨ ਆਪਾਂ ਇੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਮਿਲਦੀ ਹੈ। सत श्री अकाल जी, मैं गुरचरण सिंह सेंटर हैड टीचर सरकारी प्राइमरी स्कूल वाड़ा भाईका विखे अपनियां सेवावां दे रहा। पिछले समय के दौरान स्कूल सिक्ख्या विभाग पंजाब वालों प्राइमरी सिक्ख्या दे विच बड़े गुणात्मक योगदान पाए गए है, जिस तहत प्राइमरी सिक्ख्या दे विच एक वड्डे पद्धर दे उपर तब्दीली
ਜੋ ਮਹਿਸੂਸ ਕੀਤੀ ਗਈ ਹੈ। ਮੈਂ ਦੱਸਣਾ ਚਾਹੂੰਗਾ ਕਿ ਸਾਡੇ ਸਕੂਲ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕਾ ਵਿਖੇ ਵੀ ਸਕੂਲ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਜੋ ਸਿੱਖਿਆ ਨਾਲ ਸੰਬੰਧਿਤ ਨੀਤੀਆਂ ਲਾਗੂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਤਹਿਤ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਵਿੱਚ ਬਹੁਤ ਹਾਂ ਪੱਖੀ ਹੁੰਗਾਰਾ ਦੇਖਣ ਨੂੰ ਮਿਲਿਆ, ਜਿਸ ਵਿੱਚ ਅਸੀਂ ਵਿਦਿਆਰਥੀਆਂ ਦੇ ਵੀਕ ਪੁਆਇੰਟਸ ਨੂੰ ਨੋਟ ਕੀਤਾ ਜਾਂਦਾ ਤੇ ਉਹਨਾਂ 'ਤੇ ਆਧਾਰਿਤ ਗਤੀਵਿਧੀਆਂ ਰਾਹੀਂ ਐਕਟੀਵਿਟੀਜ਼ ਨੂੰ ਫੋਲੋ ਕਰਕੇ ਅਸੀਂ ਬੱਚਿਆਂ ਦੇ ਵੀਕ ਪੁਆਇੰਟ ਦੂਰ ਕਰਦੇ ਹਾਂ। ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਹੁਣ ਸਮਾਰਟ ਕਲਾਸਰੂਮ ਬਣ ਚੁੱਕੇ ਨੇ, ਸਮਾਰਟ ਲਾਇਬ੍ਰੇਰੀਜ਼ ਬਣ ਚੁੱਕੀਆਂ ਨੇ, ਵਧੀਆ ਫਰਨੀਚਰ ਬੱਚਿਆਂ ਦੇ ਬੈਠਣ ਲਈ ਮੁਹੱਈਆ ਕਰਵਾਇਆ ਗਿਆ, ਸ਼ਾਨਦਾਰ ਪਲੇਗਰਾਊਂਡ ਬਣ ਰਹੇ ਨੇ ਸਕੂਲਾਂ ਦੇ ਵਿੱਚ, ਸ਼ਾਨਦਾਰ ਇਮਾਰਤਾਂ ਬਣਦੀਆਂ ਜਾ ਰਹੀਆਂ ਨੇ। ਸਕੂਲ ਆਉਣ ਨੂੰ ਬੱਚਿਆਂ ਦਾ ਦਿਲ ਕਰਦਾ ਹੈ, ਸਕੂਲ ਹੁਣ ਆਕਰਸ਼ਿਤ ਕਰਦੇ ਨੇ ਵਿਦਿਆਰਥੀਆਂ ਨੂੰ ਆਪਣੇ ਵੱਲ। ਤਾਂ ਇਹ ਜੋ ਨੁਹਾਰ ਸਕੂਲਾਂ ਦੀ ਬਦਲਦੀ ਜਾ ਰਹੀ ਹੈ, ਇਸ ਦਾ ਇੰਪੈਕਟ, ਇਸ ਦਾ ਪ੍ਰਭਾਵ ਅਸੀਂ ਨਵੀਂ ਦਾਖਲਾ ਮੁਹਿੰਮ ਦੇ ਵਿੱਚ ਵੀ ਦੇਖਿਆ, ਜਿਸ ਦੇ ਤਹਿਤ ਆਪਾਂ ਇਹ ਨੋਟ ਕਰ ਚੁੱਕੇ ਹਾਂ ਕਿ ਪਿਛਲੇ ਸਾਲ ਵੀ ਸਾਡੇ ਦਾਖਲੇ ਵਿੱਚ ਰਿਕਾਰਡ ਵਾਧਾ ਹੋਇਆ, ਤਾਂ ਇਸ ਸਾਲ ਵੀ ਸਾਡੇ ਜਿਹੜੇ ਦਾਖਲੇ ਹੈਗੇ ਆ ਉਹਨਾਂ ਵਿੱਚ 10% ਤੋਂ ਉੱਪਰ ਦਾ ਵਾਧਾ ਜਿਹੜਾ ਉਹ ਦਰਜ ਕੀਤਾ ਜਾ ਚੁੱਕਾ ਹੈ। ਇਸ ਨਾਲ ਸਰਕਾਰੀ ਸਕੂਲਾਂ ਦੀ ਇਮੇਜ ਸਮਾਜ ਵਿੱਚ ਬਦਲ ਚੁੱਕੀ ਹੈ। ਹੁਣ ਮਾਪਿਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਵੱਲ ਵੱਧਦਾ ਜਾ ਰਿਹਾ, ਜਿਸ ਕਰਕੇ ਬੱਚੇ ਆਪਣੇ ਬੱਚਿਆਂ ਨੂੰ ਉਹ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਪਹਿਲ ਦੇ ਰਹੇ ਨੇ। ਪਹਿਲਾਂ ਕੀ ਹੁੰਦਾ ਸੀ ਕਿ ਕੁਝ ਬਹੁਤ ਗਿਣੇ ਚੁਣਵੇਂ ਬਹੁਤ ਮਹਿੰਗੇ ਸਕੂਲਾਂ ਦੇ ਵਿੱਚ ਸੁਣਦੇ ਸੀ ਕਿ ਉਹ ਸਮਾਰਟ ਸਕੂਲ ਹੈ, ਉਹਨਾਂ ਦੇ ਵਿੱਚ ਸਮਾਰਟ ਕਲਾਸਰੂਮਸ ਹੈ। ਬਟ ਅੱਜ ਅਗਰ ਤੁਸੀਂ ਦੇਖੋ ਤਾਂ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ 'ਚ, ਚਾਹੇ ਉਹ ਪ੍ਰਾਇਮਰੀ ਹੈ, ਚਾਹੇ ਉਹ ਹਾਈ ਹੈ, ਚਾਹੇ ਉਹ ਸੀਨੀਅਰ ਸੈਕੰਡਰੀ ਸਕੂਲ ਹੈ, ਹਰ ਇੱਕ ਸਕੂਲ ਦੇ ਵਿੱਚ ਸਮਾਰਟ ਕਲਾਸਰੂਮਸ ਹੈ, ਪ੍ਰੋਜੈਕਟਰਸ ਹੈ। ਔਰ ਸਾਡੇ ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਲੈ ਕੇ ਈਵਨ ਕਿ ਪ੍ਰੀ ਪ੍ਰਾਇਮਰੀ ਕਲਾਸਿਸ ਤੋਂ ਲੈ ਕੇ 10th ਕਲਾਸ ਤੱਕ ਸਾਰੇ ਸਿਲੇਬਸ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਔਰ ਤਾਂ ਕਿ ਬੱਚਿਆਂ ਦਾ ਉਹ ਕਿਸੇ ਵੀ ਟੌਪਿਕ ਬਾਰੇ ਪੜ੍ਹ ਰਹੇ ਨੇ, ਉਹਦੀ ਐਜੂਕੇਸ਼ਨ ਲੈ ਰਹੇ ਨੇ, ਤਾਂ ਉਹਨਾਂ ਦਾ ਉਸ ਟੌਪਿਕ ਬਾਰੇ ਜਿਹੜਾ ਫਸਟ ਹੈਂਡ ਐਕਸਪੀਰੀਅੰਸ ਹੋਵੇ। ਉਹ ਬੱਚਿਆਂ ਨੂੰ ਉਸ ਦੇ ਨਾਲ ਆਪਾਂ ਸਿਰਫ ਕਿਸੇ ਟੌਪਿਕ ਬਾਰੇ ਗੱਲ ਹੀ ਨਹੀਂ ਕਰ ਰਹੇ, ਉਸ ਦੀ ਵੀਡੀਓਗ੍ਰਾਫੀ ਵੀ ਬੱਚਿਆਂ ਨੂੰ ਦਿਖਾਈ ਜਾਵੇ, ਤਾਂ ਕਿ ਜਿਹੜੀ ਉਹਨਾਂ ਦੀ ਲਰਨਿੰਗ ਹੈ ਉਹ ਜ਼ਿਆਦਾ ਇਫੈਕਟਿਵ ਹੋਵੇ ਔਰ ਚਿਰ ਸਥਾਈ ਹੋਵੇ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਇਆ ਹੈ। ਸਰਕਾਰੀ ਸਕੂਲਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਇਸ ਨੂੰ ਦੇਖਦੇ ਹੋਏ ਆਪਾਂ ਵੀ ਸਾਰੇ ਦੇਖ ਹੀ ਰਹੇ ਹਾਂ ਵੀ ਸਮਾਜ ਦੇ ਲੋਕਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ ਵਧਿਆ ਹੈ ਸਰਕਾਰੀ ਸਕੂਲਾਂ ਦੇ ਪ੍ਰਤੀ। ਜੇ ਅਸੀਂ ਸਾਡੇ ਸਕੂਲ ਦੀ ਹੀ ਗੱਲ ਕਰੀਏ ਤਾਂ ਸਾਡੇ ਸਕੂਲ ਦੇ ਵਿੱਚ ਬੱਚੇ ਪਿਛਲੇ 3 ਸਾਲਾਂ ਤੋਂ ਬਾਅਦ ਦੁੱਗਣੇ ਹੋ ਗਏ ਹਨ। ਪਹਿਲਾਂ ਕੀ ਸੀ ਕਿ 5 ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਲੈਂਦੇ ਸੀ। ਪਿਛਲੇ 3 ਸਾਲ ਤੋਂ ਜੋ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਸ਼ੁਰੂਆਤ ਕੀਤੀ ਗਈ ਹੈ, ਉਹ ਬਹੁਤ ਵਧੀਆ ਸਿੱਧ ਹੋਈ ਹੈ। ਕਿਉਂਕਿ ਜਿਹੜੇ 3 ਸਾਲ ਦਾ ਬੱਚਾ ਸੀ, ਅਗਰ ਉਹ ਸਰਕਾਰੀ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸਿਸ ਪਹਿਲਾਂ ਨਹੀਂ ਸੀ ਤਾਂ ਉਹ ਪੇਰੈਂਟਸ ਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਪੈਂਦਾ ਸੀ ਔਖੇ ਸੌਖੇ ਕਿਸੇ ਪ੍ਰਾਈਵੇਟ ਸੰਸਥਾ ਦੇ ਬਾਰੇ 'ਚ। ਬਟ ਹੁਣ ਪੇਰੈਂਟਸ ਬੜੇ ਖੁਸ਼ ਨੇ ਕਿ ਉਹ ਮਤਲਬ ਬਿਲਕੁਲ ਫ੍ਰੀ ਆਫ ਕਾਸਟ ਆਪਣੇ ਬੱਚੇ ਨੂੰ ਵਧੀਆ ਐਜੂਕੇਸ਼ਨ ਸਰਕਾਰੀ ਸਕੂਲ ਦੇ ਵਿੱਚ ਦਿਵਾ ਸਕਦੇ ਆ। Listen, my friend, there was a hunter. I saw him picking up it. Oh, stop talking. No, it's true. I am feeling hungry. I am going to find honey. Stop, don't go there. There is a pit among the bushes. Please don't waste my time. The rabbit tactfully threw a stone to show the pit to his friend. In this way, he saved his friend's life. ਡਾਕਟਰ ਸਾਹਿਬ, ਬੜੇ ਕਮਾਲ ਦੀਆਂ ਅਸੀਂ ਚੀਜ਼ਾਂ ਹੁਣ ਦੇਖ ਕੇ ਹਟੇ ਹਾਂ।
ਸਪੈਸ਼ਲੀ ਲਿਸਨਿੰਗ ਸਕਿੱਲਸ ਬੱਚਿਆਂ ਦੇ ਇੰਪਰੂਵ ਕਰਨ ਦੇ ਲਈ, ਬੱਚਿਆਂ ਦੇ ਜਿਹੜੀਆਂ ਮੋਟਰ ਐਬਿਲਿਟੀਜ਼ ਨੇ, ਕੋਗਨੀਟਿਵ ਐਬਿਲਿਟੀਜ਼ ਨੇ, ਹਰ ਇੱਕ ਚੀਜ਼ ਨੂੰ ਇੱਕ ਹੰਗਾਰਾ ਦੇਣ ਦੇ ਲਈ, ਇੱਕ ਹੁਲਾਰਾ ਦੇਣ ਦੇ ਲਈ ਬੜੀ ਵੱਡੇ ਪੱਧਰ ਤੇ ਕੋਸ਼ਿਸ਼ਾਂ ਹੋ ਰਹੀਆਂ ਨੇ। ਤੇ ਸਕੂਲ ਬਾਰੇ ਇੱਕ ਜ਼ਿਕਰ ਮੈਂ ਇਹ ਵੀ ਕਰਨਾ ਚਾਹੂੰਗਾ ਕਿ ਪਿਛਲੇ ਵਿੱਦਿਅਕ ਵਰ੍ਹੇ ਦੇ ਵਿੱਚ ਇਸੇ ਸਕੂਲ ਦੇ ਰਜਿੰਦਰ ਕੁਮਾਰ ਜੀ ਨੂੰ ਨੈਸ਼ਨਲ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਅਮਰਦੀਪ ਜੀ, ਬਾਬਾ ਫਰੀਦ ਜੀ ਦੀ ਧਰਤੀ ਹੈ ਫਰੀਦਕੋਟ ਜੀ। ਵੈਸੇ ਹੀ ਤੁਸੀਂ ਮਿਹਨਤ ਕਰਦੇ ਹੋ ਤਾਂ ਬਹੁਤ ਫਲ ਮਿਲਦਾ ਹੈਗਾ। ਤੇ ਬਾੜਾ ਭਾਈ ਕਾ ਸਕੂਲ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਹ ਇੱਕ ਜਸਟੀਫਾਈ ਕਰਦੀ ਹੈ ਇਹ ਗੱਲ ਕਿ ਸਾਡੀ ਸਿੱਖਿਆ ਦੇ ਵਿੱਚ ਇੰਨੇ ਸੁਧਾਰ ਹੋ ਰਹੇ ਨੇ ਕਿ ਸਾਡੇ ਪੰਜਾਬ ਨੂੰ ਤਾਂ ਨੰਬਰ 1 ਦਾ ਰੁਤਬਾ ਮਿਲਿਆ ਹੀ ਹੈ। ਵਿਅਕਤੀਗਤ ਤੌਰ ਤੇ ਵੀ ਸਾਡੇ ਜਿਹੜੇ ਟੀਚਰ ਨੇ ਉਹ ਨੈਸ਼ਨਲ ਅਵਾਰਡ ਪ੍ਰਾਪਤ ਕਰ ਰਹੇ ਨੇ, ਉਹ ਵੀ ਚੰਗੀ ਰੈਂਕਿੰਗ ਦੇ ਵਿੱਚ ਆ ਕੇ। ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਸਕੂਲ ਨੇ ਇਸ ਜ਼ਿਲ੍ਹੇ ਦੇ ਵਿੱਚ ਜਿੱਥੇ ਹਰਿਆਲੀ ਵੱਲ ਇਸ ਜ਼ਿਲ੍ਹੇ ਦੇ ਸਕੂਲਾਂ ਵੱਲ ਬੜਾ ਧਿਆਨ ਦਿੱਤਾ ਗਿਆ ਹੈ। ਬੜੇ ਹਰਬਲ ਪਾਰਕ ਬਣਾਏ ਗਏ ਨੇ ਔਰ ਜਿਹੜੀਆਂ ਆਮ ਦੂਸਰੇ ਅਸੀਂ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਦੇਖਦੇ ਹਾਂ ਕਿ ਬਾਲਾ ਵਰਕ ਨਾਲ ਸਜੀਆਂ ਇਮਾਰਤਾਂ ਔਰ ਪੂਰਾ ਜਿਹੜਾ ਇੱਕ ਮਾਹੌਲ ਸਿਰਜਿਆ ਹੋਇਆ ਇਸ ਜ਼ਿਲ੍ਹੇ ਦੇ ਵਿੱਚ। ਤੇ ਇਹ ਬੜੀ ਕਮਾਲ ਦੀ ਗੱਲ ਹੈ ਕਿ ਗ੍ਰੀਨਰੀ ਇਸ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਜੋ ਨਜ਼ਰ ਆਉਂਦੀ ਹੈ ਉਹ ਤੋਂ ਸਾਰਾ ਪੰਜਾਬ ਹੀ ਜਿਹੜਾ ਪ੍ਰੇਰਿਤ ਹੋ ਰਿਹਾ ਹੈ। ਇੱਕ ਹੋਰ ਚੀਜ਼ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਵਿੱਦਿਅਕ ਗਤੀਵਿਧੀਆਂ ਦੇ ਵਿੱਚ ਤਾਂ ਸਾਡੇ ਬੱਚੇ ਬਹੁਤ ਅੱਗੇ ਆ ਚੁੱਕੇ ਨੇ ਤੇ ਜਦੋਂ ਸ਼ੂਟ ਕਰਨ ਜਾਈਦਾ ਤਾਂ ਬੱਚਿਆਂ ਦੀ ਗਿਣਤੀ ਨਹੀਂ ਖਤਮ ਹੁੰਦੀ। ਇੱਕ ਤੋਂ ਬਾਅਦ ਇੱਕ ਬੱਚਾ ਉੱਥੇ ਖੜਾ ਹੁੰਦਾ ਤਿਆਰ ਕਿ ਜੀ ਮੈਂ ਕੋਈ ਗਾਣਾ ਤਿਆਰ ਕੀਤਾ, ਮੈਂ ਕੋਈ ਕਵਿਤਾ ਤਿਆਰ ਕੀਤੀ ਆ, ਮੈਂ ਕੋਈ ਭਾਸ਼ਣ ਤਿਆਰ ਕੀਤਾ ਆ। ਤੇ ਇਹ ਚੀਜ਼ ਦੇਖ ਕੇ ਪਤਾ ਲੱਗਦਾ ਕਿ ਜਿਹੜੇ ਉੱਥੋਂ ਦੇ ਅਧਿਆਪਕ ਨੇ ਉਹ ਇੰਨੀ ਕੁ ਜ਼ਿਆਦਾ ਮਿਹਨਤ ਕਰਾ ਰਹੇ ਆ ਕਿ ਹਰ ਕਿਸੇ ਨੂੰ ਇਹ ਚਾਅ ਮਨ ਦੇ ਵਿੱਚ ਹੈਗਾ ਕਿ ਮੇਰੀ ਜਿਹੜੀ ਮਿਹਨਤ ਆ ਉਹ ਵੱਡੇ ਪੱਧਰ ਉੱਤੇ ਨਜ਼ਰ ਆਵੇ। ਆਨਲਾਈਨ ਔਰ ਨਿੱਜੀ ਰੂਪ 'ਚ ਅਧਿਆਪਕ ਘਰ ਘਰ ਜਾ ਕੇ ਉਹ ਸਕੂਲਾਂ ਬੱਚਿਆਂ ਦੇ ਘਰਾਂ ਤੱਕ ਪਹੁੰਚੇ। ਅਸੀਂ ਘਰ ਘਰ 'ਚ ਸਕੂਲ ਖੋਲ੍ਹਤੇ। ਉਹ ਸਕੂਲਾਂ ਦੇ ਵਿੱਚ ਅਸੀਂ ਘਰ ਘਰ ਖੋਲ੍ਹੇ ਸਕੂਲਾਂ 'ਚ ਇਕੱਲਾ ਵਿੱਦਿਅਕ ਮਾਹੌਲ ਹੀ ਨਹੀਂ ਦਿੱਤਾ, ਸਗੋਂ ਬੱਚਿਆਂ ਦੀਆਂ ਜਿਹੜੇ ਦੂਸਰੇ ਹੁਨਰ ਨੇ, ਦੂਸਰੀਆਂ ਕਲਾਵਾਂ, ਉਹਦੇ ਵਾਸਤੇ ਬੜੇ ਸਾਡੇ ਵਿਭਾਗ ਨੇ ਪ੍ਰੋਗਰਾਮ ਲਿਖੇ ਜਿਹੜੇ ਹੁਣ ਵੀ ਚੱਲ ਰਹੇ ਨੇ ਨਿਰੰਤਰ। ਵਿੱਦਿਅਕ ਗਤੀਵਿਧੀਆਂ ਦੇ ਸਮਾਨ ਅੰਤਰ ਸਹਿਬ ਵਿੱਦਿਅਕ ਗਤੀਵਿਧੀਆਂ ਵੀ ਚੱਲ ਰਹੀਆਂ ਨੇ। ਉਸੇ ਕਰਕੇ ਤੁਸੀਂ ਦੇਖੋ ਕਿ ਜਦੋਂ ਆਪਾਂ ਸ਼ੂਟ ਤੇ ਜਾਂਦੇ ਹਾਂ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਸਾਡੇ ਬੱਚੇ ਸਕੂਲ ਨਾਲੋਂ ਜਾਂ ਸਹਿਬ ਵਿੱਦਿਅਕ ਗਤੀਵਿਧੀਆਂ ਨਾਲੋਂ ਟੁੱਟੇ ਹੋਏ ਨੇ ਜੀ। ਤੇ ਆਓ ਦੇਖਦੇ ਹਾਂ ਕੁਝ ਇਸੇ ਤਰ੍ਹਾਂ ਦੀਆਂ ਖੂਬਸੂਰਤ ਝਲਕੀਆਂ ਜਿਹਦੇ ਵਿੱਚ ਕੁਝ ਖੂਬਸੂਰਤ ਬਿਲਡਿੰਗ, ਖੂਬਸੂਰਤ ਕਮਰੇ ਅਤੇ ਕਮਾਲ ਦੀਆਂ ਬੱਚਿਆਂ ਦੀਆਂ ਪੇਸ਼ਕਾਰੀਆਂ ਹੋਣਗੀਆਂ। ਪਾਣੀਆਂ ਦੇ ਕਾਲੇ ਹੋਏ ਰੰਗ ਨੂੰ ਵਿਦਿਆ ਤੋਂ ਵੱਧਦੀ ਸ਼ਰਾਬ ਨੂੰ, ਪਾਣੀਆਂ ਦੇ ਕਾਲੇ ਹੋਏ ਰੰਗ ਨੂੰ ਵਿਦਿਆ ਤੋਂ ਵੱਧਦੀ ਸ਼ਰਾਬ ਨੂੰ। ਮੈਂ ਤਾਂ ਨਹੀਂ ਉਹ ਵੀਰਾ ਦੇਖ ਸਕਦਾ ਦਿਨੋਂ ਦਿਨ ਗਿਰਦੇ ਪੰਜਾਬ ਨੂੰ, ਮੈਂ ਤਾਂ ਨਹੀਂ ਉਹ ਵੀਰਾ ਦੇਖ ਸਕਦਾ ਦਿਨੋਂ ਦਿਨ ਗਿਰਦੇ ਪੰਜਾਬ ਨੂੰ। I am a proud member of EBC, that means English Booster Club. Today I am going to tell some interesting facts about my country. India is my country. It is second most populous and 7th largest country by land and area. ਊੜੇ ਤੋੜਾੜੇ ਤਕਮਾਲਾ ਸੁੱਚੇ ਮੋਤੀਆਂ ਵਾਲੀ, ਰੱਖੋ ਸਾਂਭ ਕੇ ਜੇ ਗੁੰਮ ਗਈ ਤਾਂ ਫੇਰ ਨਹੀਂ ਲੱਭਣੀ ਪਾਲੀ। ਊੜਾ ਉੱਠੂ ਐੜਾ ਆਉ ਈੜੀ ਇੱਕ ਰੰਗ ਝਲਕੇ, ਸੱਸਾ ਸਾਰੇ ਹਾ ਹਮਲਾ ਆਓ ਮਾਰੀਏ ਰਲ ਕੇ। ਤੇਗ ਬਹਾਦਰ ਹਿੰਦ ਦੀ ਚਾਦਰ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰਾਂ ਦਿੱਤੀ ਐਸੀ ਕੁਰਬਾਨੀ ਜਿਸ ਦੀ ਜਗ ਤੇ ਕੋਈ ਮਿਸਾਲ ਨਹੀਂ, ਧਰਮ ਦੀ ਖਾਤਰ ਸੀਸ ਵਾਰਿਆ ਕੋਈ ਕਰ ਸਕਦਾ ਐਸਾ ਕਮਾਲ ਨਹੀਂ। ਔਰੰਗੇ ਨੇ ਸੀ ਹੁਕਮ ਸੁਨਾਇਆ ਧੱਕੇ ਨਾਲ ਸੀ ਦੀਨ ਚਲਾਇਆ, ਔਰੰਗੇ ਨੇ ਸੀ ਹੁਕਮ ਸੁਨਾਇਆ ਧੱਕੇ ਨਾਲ ਸੀ ਦੀਨ ਚਲਾਇਆ, ਡਰ ਦਹਿਸ਼ਤ ਦਾ ਐਸਾ ਪਾਇਆ ਕੋਈ ਕਰ ਸਕਿਆ ਸਵਾਲ ਨਹੀਂ। There was a naughty boy and naughty boy was he. There was a naughty boy and naughty boy was he. He ran away to Scotland, the people there to see, the people there to see. खुश नसीब हन ओ जो वतन तो कुर्बान होए, जो तिरंगे च लिपट के जिंदगी तो आजाद होए, मर के भी अमर हो गए ओ
ਸਧਾਰਨ ਮਨੁੱਖ ਤੋਂ ਸ਼ਹੀਦ ਦੀ ਸ਼ਹਾਦਤ ਹੋ ਗਏ ਹੋ। ਮੈਂ ਅਭਜੀਤ ਸਿੰਘ, ਮੇਰੇ ਮਦਰ ਸ਼੍ਰੀਮਤੀ ਸ਼ਰਨਜੀਤ ਕੌਰ ਪਿੰਡ ਰੱਤੀ ਰੂੜੀ ਦੇ ਸਰਪੰਚ ਨੇ। ਸਾਲ 2019 ਚ ਜਦੋਂ ਸਾਡੀ ਨਵੀਂ ਪੰਚਾਇਤ ਚੁਣੀ ਗਈ, ਉਸ ਤੋਂ ਬਾਅਦ ਜਦੋਂ ਅਸੀਂ ਸਕੂਲ ਆ ਕੇ ਵਿਜ਼ਿਟ ਕੀਤਾ ਤਾਂ ਇੱਥੋਂ ਦੀ ਕੰਪਿਊਟਰ ਲੈਬ ਜਮਾਂ ਹੀ ਬੰਦ ਪਈ ਸੀ। ਇਸ ਕਰਕੇ ਉਦੋਂ ਇੱਥੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ, ਉਹਨਾਂ ਦੇ ਸਦਕਾ ਸਾਡੀ ਨਵੀਂ ਬਣੀ ਪੰਚਾਇਤ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਤੇ ਆਪਣੀ ਕੰਪਿਊਟਰ ਲੈਬ ਨੂੰ ਚਾਲੂ ਕੀਤਾ। ਹਾਂਜੀ, ਮੈਂ ਕਰਨਜੀਤ ਕੌਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਤੀ ਰੋੜੀ ਡਗੋਰਮਾਣਾ। ਇਹ ਸਕੂਲ ਦੇ ਵਿੱਚ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ। ਤਾਂ ਇਹਦੀ ਜਿਹੜੀ ਇਹ ਸਕੂਲ ਦੇ ਵਿੱਚ ਮੈਂ ਪਹਿਲਾਂ ਵੀ ਆਈ ਸੀਗੀ, ਤਾਂ ਬਹੁਤ ਹੀ ਜਿਵੇਂ ਇਹ ਕਹਿ ਲਓ ਵੀ ਇੱਕ ਨੀਚੇ ਤੋਂ ਗਰਾਊਂਡ ਲੈਵਲ ਤੋਂ ਕੰਮ ਹੈ ਜਿਹੜਾ ਇਹਦੇ ਵਿੱਚ ਮੈਡਮ ਨੇ ਕੀਤਾ, ਮੈਡਮ ਪ੍ਰਭਜੋਤ ਕੌਰ ਨੇ। ਤਾਂ ਇਸ ਦਾ ਜਿਹੜਾ ਅੱਗੇ ਜਿਹੜੇ ਪੈਂਡਿੰਗ ਕੰਮ ਸੀਗੇ, ਹੁਣ ਮੈਂ ਉਹਦੇ ਵਿੱਚ ਆਪਦਾ ਇੰਟਰਸਟ ਲੈ ਰਹੀ ਹਾਂ, ਜਾਂ ਮੈਂ ਉਹ ਕੰਮ ਹੈ ਜਿਹੜੇ ਉਹ ਕਰ ਰਹੀ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਨਰੋਲਮੈਂਟ ਬਾਰੇ ਗੱਲ ਕਰੂੰਗੀ ਵੀ ਇਨਰੋਲਮੈਂਟ ਹੈ ਜਿਹੜੀ ਹਰ ਸਾਲ ਲਗਾਤਾਰ ਸਕੂਲ ਦੀ ਜਿਹੜੀ ਵੱਧ ਰਹੀ ਹੈ। ਅਤੇ ਜਿਹੜਾ ਇਹਦੀਆਂ ਪ੍ਰਾਪਤੀਆਂ ਮੈਂ ਦੂਜੇ ਨੰਬਰ 'ਤੇ ਦੱਸਣਾ ਚਾਹੁੰਦੀ ਹਾਂ ਸਕੂਲ ਦੀਆਂ। ਬਹੁਤ ਹੀ ਜਿਵੇਂ ਕਹਿ ਲਓ ਵੀ ਨੈਸ਼ਨਲ ਲੈਵਲ ਦਾ ਇੱਕ ਪਲੇਅਰ ਹੈ ਸਾਡੇ ਕੋਲ ਰੈਸਲਿੰਗ ਦਾ, ਰਾਮ ਸਿੰਘ। ਤਾਂ ਇਹਦੇ ਜਿਹੜੇ ਹੋਰ ਬੱਚੇ ਕੁਛ ਹੈ ਜਿਹੜੇ ਆਰਮੀ ਦੇ ਵਿੱਚ ਸਿਲੈਕਟ ਹੋ ਚੁੱਕੇ ਆ, +2 ਕਰਕੇ ਜਿਹੜੀ ਭਰਤੀ ਹੁੰਦੀ ਹੈ ਉਹਦੇ ਵਿੱਚ। ਇੰਨੇ ਚੰਗੇ ਜਿਹੜੇ ਟੀਚਰ ਹੈ ਸਾਰੇ, ਜਾਂ ਸਾਰਾ ਜਿਹੜਾ ਸਟਾਫ ਹੈ ਇੰਨੀ ਮਿਹਨਤ ਕਰ ਰਿਹਾ। ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਹ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ, ਆਪਣੀ ਤਨਦੇਹੀ ਦੇ ਨਾਲ ਜਿਹੜੇ ਟੀਚਰਸ ਹੈ ਆਪਣਾ ਕੰਮ ਹੈ ਜਿਹੜਾ ਕਰ ਰਹੇ ਆ। ਡਾਕਟਰ ਸਾਹਿਬ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਮਨੋਵਿਗਿਆਨਿਕ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਧਿਆਨ ਰੱਖਿਆ ਜਾ ਰਿਹਾ ਹਰ ਇੱਕ ਚੀਜ਼ ਦੇ ਵਿੱਚ, ਤਾਂ ਮਨੋਵਿਗਿਆਨ ਦੇ ਹਿਸਾਬ ਨਾਲ ਹਰ ਇੱਕ ਬੱਚਾ ਜਿਹੜਾ ਆ ਉਹ ਆਪਣੇ ਆਪ 'ਚ ਵਿਲੱਖਣ ਆ। ਤਾਂ ਉਹਦੀਆਂ ਜਿਹੜੀਆਂ ਕਮਜ਼ੋਰੀਆਂ ਤੇ ਉਹਦੀਆਂ ਜਿਹੜੀਆਂ ਮਜ਼ਬੂਤੀਆਂ ਨੇ ਉਹ ਵੀ ਵਿਲੱਖਣ ਹੋਣਗੀਆਂ। ਤਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਉਹ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਪ੍ਰਦਾਨ ਕਰ ਰਹੇ ਨੇ ਕਿ ਉਹ ਆਪਣੀ ਜਿਹੜੀ ਉਹ ਮਜ਼ਬੂਤੀ ਆ ਉਹਦੀ ਪਛਾਣ ਕਰਨ ਤੇ ਜਿਹੜੇ ਅਧਿਆਪਕ ਨੇ ਉਹ ਉਹਨੂੰ ਤਰਾਸ਼ ਸਕਣ। ਹਾਂ ਅਮਰਦੀਪ ਜੀ, ਦੇਖੋ ਕਿਹਾ ਜਾਂਦਾ ਕਿ ਜਿਹੜਾ ਉੱਪਰ ਵਾਲਾ ਇਹ ਬਹੁਤ ਵੱਡਾ ਕਲਾਕਾਰ ਹੈ ਜੀ, ਉਹ ਹਰੇਕ ਬੰਦੇ ਨੂੰ ਕੋਈ ਨਾ ਕੋਈ ਕਲਾਕਾਰੀ ਬਖਸ਼ ਕੇ ਭੇਜਦਾ ਤੇ ਉਸ ਜਿਹੜੀ ਕਲਾਕਾਰੀ ਨੂੰ ਬਾਹਰ ਲਿਆਉਣਾ, ਨਿਖਾਰਨਾ ਉਹ ਅਧਿਆਪਕ ਦੀ ਜ਼ਿੰਮੇਵਾਰੀ ਹੈ। ਇਸ ਕਰਕੇ ਅਜੋਕੇ ਦੌਰ ਦੀ ਜਿਹੜੀ ਸਿੱਖਿਆ ਹੈ ਉਹ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ। ਅਸੀਂ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀ ਪ੍ਰਤਿਭਾਵਾਂ ਛੁਪੀਆਂ ਹੁੰਦੀਆਂ ਉਹਨਾਂ ਨੂੰ ਬਾਹਰ ਕੱਢਣਾ ਹੁੰਦਾ ਹੈਗਾ। ਇਸ ਵਾਸਤੇ ਅਸੀਂ ਦੇਖਦੇ ਹਾਂ ਕਿ ਸਰਕਾਰੀ ਸਕੂਲ ਹੀ ਸਾਰਥਕ ਸਿੱਧ ਹੁੰਦੇ ਨੇ ਇਹਨਾਂ ਟੀਚਿਆਂ ਦੀ ਪ੍ਰਾਪਤੀ ਲਈ, ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਵਿੱਦਿਆ ਨਾਲ ਸੰਬੰਧਿਤ ਹੁਨਰ, ਮਤਲਬ ਕਿ ਜਿਹਦੇ ਵਿੱਚ ਬੱਚੇ ਦੇ ਵਿੱਚ ਬੋਲਣ ਲਈ ਸਵੈ ਵਿਸ਼ਵਾਸ ਪੈਦਾ ਕਰਨਾ, ਬੱਚੇ ਨੂੰ ਮੰਚ ਤੱਕ ਲੈ ਕੇ ਜਾਣਾ, ਫਿਰ ਬੱਚੇ ਨੂੰ ਰੰਗ ਮੰਚ ਨਾਲ ਜੋੜਨਾ। ਮੰਨ ਲਓ ਕਿ ਜਿਹਦੇ ਵਿੱਚ ਥੀਏਟਰ ਆਉਂਦਾ ਹੈ, ਫਿਰ ਗੀਤ ਸੰਗੀਤ ਆਉਂਦਾ ਹੈਗਾ, ਔਰ ਉਸ ਤੋਂ ਬਾਅਦ ਜਿਹੜੇ ਦੂਸਰੀਆਂ ਐਕਟੀਵਿਟੀ ਲੋਕ ਨਾਚ ਨੇ, ਫਿਰ ਉਸ ਤੋਂ ਵੱਡੀ ਗੱਲ ਕਿ ਇੱਕ ਤਾਕਤ ਮੰਗਦੀਆਂ ਜਿਹੜੀ ਐਕਟੀਵਿਟੀ ਹੈ ਸਾਡੀ ਸਪੋਰਟਸ ਹੈ ਜੀ। ਇਹ ਸਾਰਾ ਕੁਛ ਹੈ ਜਿਹੜਾ ਇਹ ਸਾਡੇ ਸਕੂਲਾਂ 'ਚ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਸਾਡੇ ਸਕੂਲਾਂ ਕੋਲ ਖੁੱਲ੍ਹੇ ਵਿਸ਼ਾਲ ਚੁਗਿਰਦੇ ਨੇ, ਵਿਸ਼ਾਲ ਖੇਡ ਦੇ ਮੈਦਾਨ ਨੇ, ਖੁੱਲ੍ਹੇ ਡੁੱਲੇ ਕਮਰੇ ਨੇ, ਔਰ ਸਭ ਤੋਂ ਉੱਪਰ ਸਾਡੇ ਕੋਲੇ ਕਾਬਲ ਅਧਿਆਪਕ ਨੇ। ਔਰ ਉਸ ਤੋਂ ਵੀ ਜਿਹੜੀ ਉੱਪਰਲੀ ਗੱਲ ਹੈ ਉਹ ਸਾਡੀ ਸਰਕਾਰ ਦੀ ਸਰਪ੍ਰਸਤੀ ਤੇ ਸਾਡੇ ਅਧਿਕਾਰੀਆਂ ਦੀ ਯੋਗ ਅਗਵਾਈ ਹੈ, ਜਿਨ੍ਹਾਂ ਦੀ ਬਦੌਲਤ ਹੀ ਅਸੀਂ ਇਹਨਾਂ ਸਾਰੀਆਂ ਸਰਗਰਮੀਆਂ ਨੂੰ ਇੱਕ ਘੜੇ ਦੇ ਵਿੱਚ ਪਾ ਕੇ ਸਮੇਟ ਕੇ ਇੱਕ ਸੁੰਦਰ ਗਾਗਰ ਦਾ ਰੂਪ ਦੇਤਾ। ਤੇ ਜਿਹੜੀ ਗਾਗਰ ਦਾ ਨਾਂ ਹੈ ਕਿ ਪੰਜਾਬ ਇਸ ਵੇਲੇ ਹਿੰਦੁਸਤਾਨ ਦੇ ਵਿੱਚੋਂ ਨੰਬਰ 1 ਤੇ ਹੈ ਜੀ। ਤੇ ਹੁਣ ਪੇਸ਼ ਨੇ ਕੁਝ ਝਲਕੀਆਂ ਡਾਕਟਰ ਸਾਹਿਬ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਗਵਾਹੀ ਭਰਦੀਆਂ। Today I am here to share my views about importance of education. So let's get started. Education plays a very important role in one's life. It helps us to successful and to be a better person. Education improves our skills, confidence level, knowledge and personality. ਜਿਹੜੇ ਹੁਣ ਸਰਕਾਰੀ ਸਕੂਲ ਆ ਉਹ ਕਿਸੇ ਵੀ ਖੇਤਰ 'ਚ ਮਤਲਬ ਪਿੱਛੇ ਨਹੀਂ ਹੈਗੇ ਹੁਣ ਪ੍ਰਾਈਵੇਟ ਸਕੂਲਾਂ ਨਾਲ ਸਗੋਂ ਅੱਗੇ ਕਹਿ ਸਕਦੇ ਆ ਸਪੋਰਟਸ 'ਚ ਵੀ ਤੇ ਸਟੱਡੀ 'ਚ ਤਾਂ ਹੈਗੇ ਹੀ ਆ। ਤੇ ਪੂਰੇ ਫਰੀਦਕੋਟ 'ਚ ਸਿਰਫ ਆ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆ
ਜਿੱਥੇ ਰੈਸਲਿੰਗ ਦਾ ਸੈਂਟਰ ਖੁੱਲ੍ਹਿਆ ਹੋਇਆ ਵਾ। ਇੱਥੇ ਮਤਲਬ ਫ੍ਰੀ ਲੈਕਚਰ ਇੱਕ ਹੁੰਦਾ ਗੇਮ ਪੀਰੀਅਡ, ਤਦ ਪ੍ਰੈਕਟਿਸ ਕਰਾਉਂਦੇ ਆ ਰੈਸਲਿੰਗ ਦੀ, ਅਤੇ ਬਾਕੀ ਸੁਬਾਹ ਸ਼ਾਮ ਗਰਾਊਂਡ ਉੱਤੇ ਹੁੰਦੀ ਆ ਪ੍ਰੈਕਟਿਸ, ਅਤੇ ਇੱਥੇ ਵੀ ਪ੍ਰੈਕਟਿਸ ਕਰਵਾਉਂਦੇ ਆ। ਅਤੇ ਸਿਰਫ ਰੈਸਲਿੰਗ ਨਹੀਂ, ਮਤਲਬ ਹੋਰ ਵੀ ਸਾਰੀਆਂ ਗੇਮਸ ਨੂੰ ਪੂਰੀ ਸਪੋਰਟ ਹੈ ਸਕੂਲ 'ਚ। ਸਰਕਾਰੀ ਸਾਡਾ ਸਕੂਲ ਮਤਲਬ ਲੱਗਦਾ ਨਹੀਂ ਕਿਸੇ ਪਾਸਿਓਂ, ਜਿਵੇਂ ਮੈਂ ਪਹਿਲਾਂ ਸੁਣਿਆ ਸੀਗਾ ਇੰਨਾ ਨਹੀਂ ਸੀ। ਅੱਜ ਤਾਂ ਬਿਲਕੁਲ ਕਿਸੇ ਐਂਗਲ ਤੋਂ ਪੂਰੀ ਮਤਲਬ ਸਾਰੇ ਪਾਸੋਂ ਹੀ ਪੂਰਾ ਵਧੀਆ ਹੈਗਾ। 5 ਸਾਲ ਹੋ ਗਏ ਮਤਲਬ ਰੈਸਲਿੰਗ ਦੀ ਟੀਮ ਸਟੇਟ ਚੈਂਪੀਅਨ, ਫਸਟ ਅੰਡਰ 17 14, ਹਰੇਕ ਵਾਰ ਪੋਜੀਸ਼ਨ 17 ਦੀ ਲਗਾਤਾਰ ਮਤਲਬ 4-5 ਸਾਲ ਹੋ ਗਏ ਫਸਟ ਪੋਜੀਸ਼ਨ ਆਉਂਦੀ ਹੈ ਪੂਰੇ ਮਤਲਬ ਪੰਜਾਬ 'ਚੋਂ। ਮੇਰਾ ਟਾਰਗੇਟ ਮੈਡਲ, ਗੋਲਡ ਮੈਡਲ ਹੀ ਲੈਣਾ ਹੈਗਾ ਓਲੰਪਿਕ 'ਚ, ਆਪਦੀ ਪੂਰੀ ਐਫਰਟ ਕਰਨੀ ਆ। I'm very proud of my school. It has the best teachers of our school which are very educated and cooperative. The teachers help the students to motivate and encourage to do best in their life. It has many game rooms like wrestling room, shooting range, etc. which help the students to move not only in the studies but in the co-curricular activities also. ਪੰਜਾਬ ਸਰਕਾਰ ਵੱਲੋਂ ਅਤੇ ਸਾਡੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖਿਆ ਨੂੰ ਮਿਆਰੀ ਬਣਾਉਣ ਵਾਸਤੇ, ਸਿੱਖਿਆ ਨੂੰ ਉੱਚਾ ਚੁੱਕਣ ਵਾਸਤੇ, ਹਰ ਖੇਤਰ ਦੇ ਵਿੱਚ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਵਾਸਤੇ ਸ਼ੁਕਰਗੁਜ਼ਾਰ ਹਾਂ। ਅਤੇ ਇਸ ਦੇ ਨਾਲ ਸਾਡੇ ਸਕੂਲਾਂ ਦੀ ਦਿੱਖ ਜੋ ਕਿ ਸਮਾਰਟ ਸਕੂਲਾਂ ਦੇ ਵਿੱਚ ਤਬਦੀਲ ਹੋਈ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੀਆਂ ਯੋਗ ਅਗਵਾਈ ਦੀਆਂ ਦੇ ਸਦਕਾ। Hello, I am Pushpdeep Kaur, lecturer in English, teaching in Government Girls Senior Secondary Smart School, Faridkot. Today I am here to tell you about the government schools, which are lacking in no way behind than the private schools. Our schools are helping the students to reach the pinnacles of success. In our schools, we have established English booster clubs in which we motivate the students to speak English properly and fluently. English is an international language and it's a window to reach the world out there. So apart from that, we can say that in government schools, we also prepare students for the various entrance tests like NTSE, etc. ਸਾਡੇ ਸਕੂਲਾਂ ਦੇ ਵਿੱਚ ਇੰਗਲਿਸ਼ ਮੀਡੀਅਮ ਤੇ ਪੰਜਾਬੀ ਮੀਡੀਅਮ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਕਲਾਸਾਂ ਚੱਲਦੀਆਂ, ਤਾਂ ਸਾਨੂੰ ਇਸ ਪੱਖ ਤੇ ਵੀ ਜਿਹੜਾ ਹੈਗਾ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਵੀ ਸਾਡੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਆ ਵੀ ਇੰਗਲਿਸ਼ ਮੀਡੀਅਮ ਕਰਕੇ ਜਾਂਦੇ ਆ। ਸੋ ਸਾਡੇ ਕੋਲ ਵੀ ਇੰਗਲਿਸ਼ ਮੀਡੀਅਮ ਦੀਆਂ ਜਿਹੜੀਆਂ ਕਲਾਸਾਂ ਚੱਲਦੀਆਂ, ਵੱਖਰੀਆਂ ਕਲਾਸਾਂ ਚੱਲਦੀਆਂ, ਪੰਜਾਬੀ ਮੀਡੀਅਮ ਅਤੇ ਇੰਗਲਿਸ਼ ਮੀਡੀਅਮ ਦੀਆਂ ਕਲਾਸਾਂ ਵੱਖਰੀਆਂ ਚੱਲਦੀਆਂ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪ੍ਰਾਇਮਰੀ ਸਿੱਖਿਆ ਦੇ ਵਿੱਚ ਇਸ ਵੇਲੇ ਬਹੁਤ ਅੱਛੇ ਕੰਮ ਹੋ ਰਹੇ ਹੈ। ਜੇ ਆਪਾਂ ਗੱਲ ਕਰੀਏ ਕੁਆਲਿਟੀ ਟੀਚਿੰਗ ਦੀ, ਤਾਂ ਬਹੁਤ ਅੱਛੀਆਂ ਜਿਹੜੀਆਂ ਪਾਲਿਸੀਜ਼ ਬਣਾਈਆਂ ਜਾ ਰਹੀਆਂ ਹੈ। ਸਾਰੇ ਟੀਚਰਸ ਹੈ ਜਿਹੜੇ ਉਹਨਾਂ ਨੂੰ ਸਟਰੈਂਥਨ ਕੀਤਾ ਜਾ ਰਿਹਾ ਹੈ ਕਿ ਉਹ 5ਵੀਂ ਕਲਾਸ ਤੋਂ ਲੈ ਕੇ 4ਥੀ ਕਲਾਸ ਪਹਿਲੀ ਸਾਰੀਆਂ ਕਲਾਸਿਸ ਲਈ ਜ਼ੂਮ ਕਲਾਸਿਸ ਆਰਗੇਨਾਈਜ਼ ਕਰਨ। ਔਰ ਇਸ ਤੋਂ ਇਲਾਵਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚਲਾਇਆ ਜਾ ਰਿਹਾ ਹੈ ਕਿ ਅਸੀਂ ਸਾਇੰਸ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਐਕਟੀਵਿਟੀ ਬੇਸਡ ਹੈ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਐਮਪਾਵਰ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਬੱਚੇ ਨੂੰ ਪ੍ਰੈਕਟੀਕਲ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਉਹਨਾਂ ਚੀਜ਼ਾਂ ਦੀ ਕਲੈਰਿਟੀ ਨਹੀਂ ਹੁੰਦੀ। ਤਾਂ ਇਸ ਵਿਸ਼ੇ ਤੇ ਜਿਹੜਾ ਸਾਡਾ ਖਾਸ ਫੋਕਸ ਚੱਲ ਰਿਹਾ ਇਸ ਵੇਲੇ। ਮੈਂ ਸਤਪਾਲ, ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਜ਼ਿਲ੍ਹੇ ਵਿੱਚ 42 ਸੀਨੀਅਰ ਸੈਕੰਡਰੀ ਸਕੂਲ, 43 ਹਾਈ ਅਤੇ 71 ਮਿਡਲ ਸਕੂਲ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਮਾਰਟ ਸਕੂਲ ਬਣ ਚੁੱਕੇ ਹਨ, ਬਾਕੀ ਅੰਡਰ ਪ੍ਰੋਗਰੈਸ ਹਨ। ਸਾਡਾ ਫਰੀਦਕੋਟ ਐਨਰੋਲਮੈਂਟ ਵਿੱਚ ਨੰਬਰ 1 ਤੇ ਜਾ ਰਿਹਾ ਹੈ।
ਜਾਇਆ ਹਰੀ ਸਿੰਘ ਨਲੂਆ ਤੂੰ ਹੀ ਰਣਜੀਤ ਸਿੰਘ ਮਹਾਨ ਹੁਰਤੀ ਤੇਰੀ ਤੇ ਢੋਲ ਮੇਰੇ ਲੁੰਗੀ ਓਏ ਵੱਟ ਪਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਆਉਂਦਾ ਖੋਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਵੇ ਕੋਈ ਆਉਂਦਾ ਆਉਂਦਾ ਖੋਲੇ ਹੋ ਗਿਆ ਵੇ ਮੈਂ ਦੂਰ ਤੋਂ ਪਛਾਣਦੀਆਂ ਤੋਰੀਆਂ ਡਾਕਟਰ ਸਾਹਿਬ ਬਹੁਤ ਕਮਾਲ ਦੀਆਂ ਝਲਕੀਆਂ ਅੱਜ ਦੇ ਐਪੀਸੋਡ ਦੇ ਵਿੱਚ ਸੀਗੀਆਂ। ਤਾਂ ਜਿਵੇਂ ਇਹ ਤਕਨੀਕ ਦਾ ਯੁੱਗ ਆ ਤਾਂ ਇਹਦੇ ਵਿੱਚ ਕੋਈ ਵੀ ਗੱਲ ਅਗਰ ਸ਼ੁਰੂ ਹੋਵੇ ਤਾਂ ਬੜੀ ਜਲਦੀ ਦੂਰ ਤੱਕ ਪਹੁੰਚਦੀ ਆ। ਤੇ ਮੇਰੀ ਸਮਝ ਮੁਤਾਬਕ ਪਿਛਲੇ 3-4 ਸਾਲਾਂ ਦੇ ਵਿੱਚ ਤੇ ਖਾਸ ਕਰ ਬੀਤੇ 2 ਸਾਲਾਂ ਦੇ ਵਿੱਚ ਪੰਜਾਬ ਨੇ ਇਸ ਖੇਤਰ ਦੇ ਵਿੱਚ ਵੀ ਬਹੁਤ ਕੰਮ ਕੀਤਾ ਕਿ ਜੋ ਕੰਮ ਕਰ ਚੁੱਕੇ ਆ ਉਹਦੀ ਪੇਸ਼ਕਾਰੀ ਵੀ ਅੱਗੇ ਹੋ ਸਕੇ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਬਾਬਾ ਫਰੀਦ ਜੀ ਦੀ ਧਰਤੀ ਦਾ ਭ੍ਰਮਣ ਕਰਾਇਆ ਸਾਡੇ ਦਰਸ਼ਕਾਂ ਨੂੰ, ਤੇ ਇਹਨਾਂ ਇਸ ਜ਼ਿਲ੍ਹੇ ਦਾ ਦੇਖੋ ਕਿੰਨਾ ਵੱਡਾ ਯੋਗਦਾਨ ਹੈ ਪੰਜਾਬ ਦੀ ਸਿੱਖਿਆ ਦੇ ਸੁਧਾਰ ਦੇ ਵਿੱਚ। ਤੇ ਇਹ ਸਾਰਾ ਸਿਹਰਾ ਜਾਂਦਾ ਹੈ ਸਾਡੇ ਮਿਹਨਤੀ ਟੀਚਰਾਂ ਦਾ, ਜਿਹੜੇ ਅਧਿਆਪਕ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਨਵੀਆਂ ਖੋਜਾਂ ਕਰ ਰਹੇ ਨੇ, ਵਿਦਿਅਕ ਖੋਜਾਂ ਕਰ ਰਹੇ ਆ, ਬੱਚਿਆਂ ਸਾਹਮਣੇ ਆਧੁਨਿਕ ਵਿਧੀਆਂ ਪੇਸ਼ ਕਰ ਰਹੇ ਨੇ ਔਰ ਆਧੁਨਿਕ ਜਿਹੜੇ ਸਮੇਂ ਦੇ ਹਾਣ ਦੀਆਂ ਸਹੂਲਤਾਂ ਹੈ ਉਹ ਸਕੂਲਾਂ ਦੇ ਵਿੱਚ ਪੈਦਾ ਕਰਨ ਲਈ ਯਤਨਸ਼ੀਲ ਨੇ। ਮੈਂ ਇੱਕ ਵਾਰੀ ਫੇਰ ਸਾਡੇ ਅਧਿਆਪਕ ਵਰਗ ਨੂੰ ਸਲੂਟ ਕਰਦਾ ਹਾਂ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਨੂੰ ਇੱਕ ਵੱਡਾ ਮਾਣ ਮਿਲਿਆ ਜੀ। ਦਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਤੇ ਡਾਕਟਰ ਸਾਹਿਬ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਅਗਲੇ ਵਰ੍ਹੇ ਦੇ ਵਿੱਚ ਵੀ ਅਸੀਂ ਇਸੇ ਪੋਜੀਸ਼ਨ ਦੇ ਉੱਤੇ ਟਿਕੇ ਰਹੀਏ। ਤਾਂ ਅੱਜ ਦਾ ਜ਼ਿਲ੍ਹਾ ਸੀ ਜ਼ਿਲ੍ਹਾ ਫਰੀਦਕੋਟ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਜ਼ਿਲ੍ਹੇ ਦੀਆਂ ਝਲਕੀਆਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਅਮਰਦੀਪ ਬਾਠ ਨੂੰ ਤੇ ਮੈਨੂੰ ਡਾਕਟਰ ਸੁਖਦਰਸ਼ਨ ਚਹਿਲ ਨੂੰ ਦਿਓ ਇਜਾਜ਼ਤ। ਸ਼ੁਕਰੀਆ।